ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲ ਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਬਾਣੀ ਸ਼ੇਖ ਫਰੀਦ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲਗੇ ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। आज मिलावा शेख फरीद टाकम कुंजड़ियाँ मनो मचंदड़ियाँ। आज मिलावा शेख फरीद टाकम कुंजड़ियाँ मनो मचंदड़ियाँ। रहाओ जे जाना मर जाइए घूम ना आइए झूठी दुनिया लग ना आप वंजाइए। बोलिए सच धर्म झूठ ना बोलिए। जो गुर दसे वाट मुरीदा जुलिए। शैल लगन दे पार गोरी मन धीरिया। कंचन वन्ने पासे कलवत चीरिया। शेख हयाती जग ना कोई थिर रहा। जिस आसन हम बैठे किते बैस गया। कल तक पूंजा चित डो कल तक पूंजा चित डो सावन बिजुलियाँ सियाले सहुंदियाँ फिर गल बाहड़ियाँ। चले चलन हार विचारा ले मनो
ਤੁੜਿੰਦਿਆਂ ਹਿਕ ਖਨੋ। ਜਿਵੇਂ ਪੁੱਛਿਆ ਅਸ਼ਮਾਨ ਫਰੀਦਾ ਖੇਵਟ ਕਿਨ ਗਏ। ਜਾਲਣ ਗੁਰਾਂ ਨਾਲ ਉਲਾਮੇ ਜੀ ਸਹੇ। ਜਿਵੇਂ ਪੁੱਛਿਆ ਅਸ਼ਮਾਨ ਫਰੀਦਾ ਖੇਵਟ ਕਿਨ ਗਏ। ਜਾਲਣ ਗੁਰਾਂ ਨਾਲ ਉਲਾਮੇ ਜੀ ਸਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਅੱਜ ਆਪਾਂ ਸਾਰੇ ਜਣੇ ਬਹੁਤ ਹੀ ਸਤਿਕਾਰਯੋਗ ਮਾਤਾ ਜਗਜੀਤ ਕੌਰ ਜੀ, ਜਿਤਨੀ ਕੁ ਸਵਾਸਾਂ ਦੀ ਪੂੰਜੀ ਉਸ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕਰਕੇ ਇਸ ਮਾਤ ਲੋਕ ਵਿੱਚ ਭੇਜਿਆ ਸੀ, ਉਸ ਨੂੰ ਸੰਪੂਰਨ ਕਰਦਿਆਂ ਹੋਇਆਂ ਪਿਛਲੇ ਸਮੇਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਮਾਂ ਵਾਕਾਂ ਅਨੁਸਾਰ ਪਿੱਛੇ ਤਿੰਨਾਂ ਦੀ ਖਿੜੀ ਹੋਈ ਬਾਗਵਾੜੀ, ਤਿੰਨਾਂ ਦੇ ਸਪੁੱਤਰ ਸਰਦਾਰ ਜਗਦੀਪ ਸਿੰਘ ਜੀ, ਸਰਦਾਰ ਨਵਦੀਪ ਸਿੰਘ ਜੀ ਅਤੇ ਸਮੂਹ ਪਰਿਵਾਰ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਓਟ ਤੇ ਆਸਰਾ ਤੱਕਦਿਆਂ ਹੋਇਆਂ ਮਾਤਾ ਜਗਜੀਤ ਕੌਰ ਜੀ ਦੀ ਯਾਦ ਵਿੱਚ ਬਰੀਨੇ ਵਜੋਂ ਅੱਜ ਦੇ ਸਮਾਗਮ ਕਰਵਾਏ ਜਾ ਰਹੇ ਨੇ। ਮੇਰੇ ਤੋਂ ਪਹਿਲਾਂ ਆਪ ਜੀ ਨੇ ਗੁਰੂ ਪਿਆਰ ਵਾਲੇ ਰਾਗੀ ਸਿੰਘਾਂ ਦੇ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕੀਤੇ ਨੇ। ਆਓ ਇਸੇ ਤਰ੍ਹਾਂ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ ਤੇ ਵਿਚਾਰਨ ਦਾ ਯਤਨ ਕਰੀਏ ਕਿ ਮਨੁੱਖਾ ਜੀਵਨ ਹੈ ਕੀ ਹੈ। ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਬਾਬਾ ਫਰੀਦ ਜੀ ਦੀ ਪਵਿੱਤਰ ਰਚਨਾ ਤੋਂ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਸ਼ਬਦ ਆਸਾ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 488 ਦੇ ਉੱਤੇ ਸੁਭਾਈਮਾਨ ਹੈ। ਆਓ ਸਾਰੇ ਜਣਿਆਂ ਨੇ ਆਪਾਂ ਮਿਲ ਕੇ ਪਾਵਨ ਸ਼ਬਦ ਨੂੰ ਵਿਚਾਰਨ ਦਾ ਯਤਨ ਕਰਨਾ ਹੈ। ਬਾਬਾ ਫਰੀਦ ਜੀ ਇਸ ਪਾਵਨ ਸ਼ਬਦ ਦੇ ਅੰਦਰ ਜੋ ਵਿਚਾਰ ਬਖਸ਼ਿਸ਼ ਕਰ ਰਹੇ ਨੇ, ਉਹਨਾਂ ਵਿਚਾਰਾਂ ਨੂੰ ਕਿਤੇ ਆਪਾਂ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤੇ ਸਾਨੂੰ ਇਹ ਦੁਨੀਆ ਦੀ, ਇਹ ਸੰਸਾਰ ਦੀ ਸਮਝ ਲੱਗ ਸਕਦੀ ਹੈ ਕਿ ਸੰਸਾਰ ਵਿਣਸਣ ਯੋਗ ਹੈ, ਸੰਸਾਰ ਖਤਮ ਹੋਣ ਯੋਗ ਹੈ। ਜਿਹੜਾ ਜੀਵ ਇਸ ਦੁਨੀਆ ਦੇ ਅੰਦਰ ਪੈਦਾ ਹੋਇਆ ਹੈ, ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੀ ਜਾਣਾ ਹੈ। ਤੇ ਫਿਰ ਸੰਸਾਰ ਦੇ ਵਿੱਚ ਕਰਨ ਕੀ ਆਏ ਆ? ਸਤਿਗੁਰਾਂ ਦੇ ਕੋਲੋਂ ਪੁੱਛਾਂਗੇ ਤੇ ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ। ਭਾਈ ਦੁਨੀਆ ਅੰਦਰ ਤੂੰ ਬੰਦਗੀ ਕਰਨ ਵਾਸਤੇ ਆਇਆ, ਉਸ ਰੱਬ ਜੀ ਦੀ ਇਬਾਦਤ ਕਰਨ ਵਾਸਤੇ ਆਇਆ ਤੇ ਮਾਤਾ ਜੀ ਦੀ ਯਾਦ ਵਿੱਚ ਜੁੜ ਬੈਠੇ ਆ। ਸਾਰੇ ਜਣੇ ਆਪਣੇ ਆਪਣੇ ਹਿਰਦਿਆਂ ਦੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਮੈਂ ਜਿਹੜਾ ਕੰਮ ਸੰਸਾਰ ਦੇ ਅੰਦਰ ਕਰਨ ਵਾਸਤੇ ਆਇਆ, ਉਹ ਕੰਮ ਅਜੇ ਮੈਂ ਆਰੰਭ ਕੀਤਾ ਕਿ ਨਹੀਂ ਕੀਤਾ। ਜੇ ਆਰੰਭ ਕੀਤਾ ਤੇ ਆਪਣੀ ਜ਼ਿੰਦਗੀ ਦਾ ਇੰਨਾ ਸਮਾਂ ਬਤੀਤ ਹੋਣ ਤੋਂ ਬਾਅਦ ਮੇਰੀ ਰੱਬ ਜੀ ਦੇ ਨਾਲ, ਅਕਾਲ ਪੁਰਖ ਦੇ ਨਾਲ, ਗੁਰੂ ਦੇ ਨਾਲ ਕਿੰਨੀ ਕੁ ਨੇੜਤਾ ਹੋਈ। ਜੇ ਨਹੀਂ ਨੇੜਤਾ ਹੋਈ ਤੇ ਸਮਝ ਲੈਣਾ ਜਿੰਨਾ ਜੀਵਨ ਅਸੀਂ ਬਤੀਤ ਕਰ ਦਿੱਤਾ ਇਹ ਵਿਅਰਥ ਗਵਾ ਦਿੱਤਾ। ਜਿੰਨਾ ਜੀਵਨ
ਬਤੀਤ ਹੋ ਗਿਆ, ਵਿਅਰਥ ਗਵਾ ਦਿੱਤਾ ਹੈ। ਮਨੁੱਖ ਸੋਚੇਗਾ ਕਿ ਨਹੀਂ, ਮੈਂ ਤੇ ਵਿਅਰਥ ਨਹੀਂ ਗਵਾਇਆ, ਮੈਂ ਦੁਨੀਆ ਦੇ ਧਨ ਪਦਾਰਥ ਕਿੰਨਾ ਕੁਝ ਦੁਨੀਆ ਦੇ ਅੰਦਰੋਂ ਇਕੱਠਾ ਕਰ ਲਿਆ। ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੀ ਇਹ ਕੰਮ ਕਰਨ ਵਾਸਤੇ ਤੂੰ ਨਹੀਂ ਸੀ ਆਇਆ। ਹਾਂ, ਦੁਨੀਆ ਵਿੱਚ ਰਹਿੰਦਿਆਂ ਰਹਿੰਦਿਆਂ ਤੇਰਾ ਸਭ ਤੋਂ ਪਹਿਲਾ ਕਾਰਜ ਜਿਹੜਾ ਹੈ ਉਹ ਹੈ ਅਕਾਲ ਪੁਰਖ ਦੀ ਬੰਦਗੀ। ਤੇ ਅਕਾਲ ਪੁਰਖ ਦੀ ਬੰਦਗੀ ਕਰਦਾ ਕਰਦਾ ਤੈਨੂੰ ਹਰ ਇੱਕ ਚੀਜ਼ ਦੀ ਦੁਨੀਆ ਦੇ ਅੰਦਰ ਜ਼ਰੂਰਤ ਹੈ। ਸਮੇਂ ਦੇ ਮੁਤਾਬਕ ਤੇਰੇ ਕੋਲ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ। ਦੁਨੀਆ ਅੰਦਰ ਵਿਚਰਦਿਆਂ ਤੇਰੇ ਕੋਲ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ। ਜਿਵੇਂ ਦਾ ਦੁਨੀਆ ਦੇ ਅੰਦਰ ਰਿਵਾਜ, ਜਿਵੇਂ ਦਾ ਦੁਨੀਆ ਦੇ ਅੰਦਰ ਸਮਾਂ ਚੱਲ ਰਿਹਾ, ਤੂੰ ਸਭਨਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਪਰ ਤੇਰੇ ਕੋਲ ਦੁਨੀਆ ਦੇ ਨਾਲੋਂ ਇੱਕ ਚੀਜ਼ ਵੱਧ ਹੋਣੀ ਚਾਹੀਦੀ ਹੈ, ਉਹ ਹੈ ਰੱਬ ਜੀ ਦੀ ਬੰਦਗੀ। ਧਨ ਦੌਲਤਾਂ ਪਦਾਰਥਾਂ ਸਾਰਿਆਂ ਕੋਲ ਹੈਗੀਆਂ ਨੇ, ਪਰ ਤੇਰੇ ਕੋਲ ਇਹ ਚੀਜ਼ ਵੱਧ ਹੋਣੀ ਚਾਹੀਦੀ ਹੈ ਕਿ ਤੂੰ ਆਪਣੇ ਜੀਵਨ ਵਿੱਚ ਰੱਬ ਜੀ ਦੀ ਬੰਦਗੀ ਕਰ ਲਵੇਂ। ਬਾਬਾ ਫਰੀਦ ਜੀ ਕਹਿੰਦੇ ਵੀ ਬੰਦਗੀ ਨਾ ਕਰਨ ਦਾ ਕਾਰਨ ਕੀ ਹੈ। ਆਪਾਂ ਚਾਹੁੰਦੇ ਵੀ ਹਾਂ, ਸਾਰੀ ਦੁਨੀਆ ਇਹ ਗੱਲ ਚਾਹੁੰਦੀ ਹੈ ਕਿ ਰੱਬ ਜੀ ਮੇਰੇ ਹਿਰਦੇ ਅੰਦਰ ਵਸ ਜਾਏ, ਮੈਂ ਰੱਬ ਦੀ ਬੰਦਗੀ ਕਰ ਲਵਾਂ। ਕਿੰਨੇ ਯਤਨ ਕਰ ਰਹੇ ਆਪਾਂ ਦੁਨੀਆ ਦੇ ਅੰਦਰ ਰਹਿੰਦਿਆਂ, ਪਰ ਆਪਾਂ ਚਾਹ ਕੇ ਵੀ ਬੰਦਗੀ ਨਹੀਂ ਕਰ ਪਾਉਂਦੇ। ਕਾਰਨ ਕੀ ਹੈ ਕਿ ਜਦੋਂ ਆਪਾਂ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਦੇ ਉੱਤੇ ਚੱਲਾਂਗੇ ਨਾ, ਉਦੋਂ ਬੰਦਗੀ ਹੋਣੀ ਹੈ। ਜੇ ਆਪਣੇ ਬਲ ਦੇ ਨਾਲ, ਆਪਣੇ ਹੱਥ ਦੇ ਨਾਲ ਕਵਾਂਗੇ ਕਿ ਆਪਾਂ ਰੱਬ ਦੀ ਬੰਦਗੀ ਕਰ ਲਈਏ, ਤੇ ਰੱਬ ਦੀ ਬੰਦਗੀ ਵੀ ਆਪਣੇ ਹੱਥ ਦੇ ਨਾਲ ਨਹੀਂ ਕੀਤੀ ਜਾ ਸਕਦੀ। ਜਿੰਨੀ ਦੇਰ ਤੱਕ ਗੁਰੂ ਦੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਨਹੀਂ ਕਰਾਂਗੇ, ਉਨੀ ਦੇਰ ਤੱਕ ਜਿਹੜੇ ਪੰਜ ਵਿਕਾਰ ਨੇ ਉਹਨਾਂ ਨੇ ਸਾਡੇ ਮਨ ਨੂੰ ਟਿਕਣ ਨਹੀਂ ਦੇਣਾ। ਤੇ ਬੰਦਗੀ ਕਿੰਨੇ ਕਰਨੀ ਹੈ? ਮਨ ਨੇ। ਬੰਦਗੀ ਕਿੰਨੇ ਕਰਨੀ? ਮਨ ਨੇ। ਸਰੀਰ ਨੇ ਬੰਦਗੀ ਨਹੀਂ ਕਰਨੀ। ਤੇ ਜੇ ਮਨ ਇੱਕ ਥਾਂ ਦੇ ਉੱਤੇ ਨਾ ਟਿਕਿਆ ਤੇ ਫਿਰ ਭਾਵੇਂ ਲੱਖਾਂ ਯਤਨ ਕਰਦੇ ਰਹੀਏ, ਫਿਰ ਬੰਦਗੀ ਹੋਣੀ ਨਹੀਂ। ਕਈ ਵਾਰੀ ਸਰੀਰ ਕਰਕੇ ਤੇ ਆਪਾਂ ਚਾਹੁੰਦੇ ਹਾਂ ਵੀ ਆਪਾਂ ਬੰਦਗੀ ਕਰ ਲਈ ਹੈ ਜੀ, ਅਸੀਂ ਅੱਜ ਪਾਠ ਕਰ ਲਿਆ, ਅਸੀਂ ਅੱਜ ਸੰਗਤ ਕੀਤੀ ਹੈ, ਪਰ ਜੇ ਮਨ ਨੇ ਸੰਗਤ ਨਹੀਂ ਕੀਤੀ ਤੇ ਉਹ ਸੰਗਤ ਦਾ ਵੀ ਕੋਈ ਫਾਇਦਾ ਨਹੀਂ। ਜੇ ਮਨ ਨੇ ਬਾਣੀ ਨੂੰ ਨਹੀਂ ਪੜਿਆ, ਮਨ ਨੇ ਬਾਣੀ ਨੂੰ ਨਹੀਂ ਸੁਣਿਆ, ਤੇ ਫਿਰ ਸਤਿਗੁਰੂ ਜੀ ਕਹਿੰਦੇ ਆਖਣ ਸੁਣ ਲਾ ਪੌਣ ਕੀ ਬਾਣੀ, ਇਹ ਮਨ ਰਤਾ ਮਾਇਆ, ਖਸਮ ਕੀ ਨਦਰ ਦਿਲੇ ਪਸੰਦੇ, ਜਿਨੀ ਕਰ ਇੱਕ ਧਿਆਇਆ। ਖਸਮ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਉਹ ਪਸੰਦ ਨੇ ਪ੍ਰਭੂ ਜੀ ਨੂੰ ਜਿਨ੍ਹਾਂ ਨੇ ਮਨ ਕਰਕੇ ਧਿਆਇਆ। ਤੇ ਜੇ ਆਪਾਂ, ਮੈਂ ਕਹਿ ਰਿਹਾ ਪਰ ਜੀਵਨ ਅੰਦਰ ਕੁਝ ਨਹੀਂ ਵਸ ਰਿਹਾ, ਤੁਸੀਂ ਸੁਣ ਰਹੇ ਹੋ, ਮਨ ਅੰਦਰ ਕੁਝ ਨਹੀਂ ਟਿਕ ਰਿਹਾ, ਫਿਰ ਸਤਿਗੁਰੂ ਜੀ ਕਹਿੰਦੇ ਆਖਣ ਸੁਣਨਾ ਪਉਣ ਕੀ ਬਾਣੀ। ਹਵਾ ਦੀਆਂ ਗੱਲਾਂ ਨੇ ਸਾਰੀਆਂ, ਵੀ ਇਧਰੋਂ ਸੁਣੀਆਂ ਤੇ ਇਧਰ ਨੂੰ ਕੱਢ ਦਿੱਤੀਆਂ, ਜੀਵਨ ਅੰਦਰ ਨਹੀਂ ਟਿਕੀਆਂ। ਬਾਬਾ ਫਰੀਦ ਜੀ ਕਹਿੰਦੇ ਜੇ ਜੀਵਨ ਦੇ ਅੰਦਰ ਕੁਝ ਟਿਕਾਣਾ ਚਾਹੁੰਦਾ ਤਾਂ ਇੱਕ ਗੱਲ ਯਾਦ ਰੱਖੀ, ਆ ਜਿਹੜਾ ਮਨੁੱਖਾ ਜੀਵਨ ਦਾ ਤੈਨੂੰ ਸਮਾਂ ਮਿਲਿਆ, ਇਹ ਰੱਬ ਦੀ ਇਬਾਦਤ ਕਰਨ ਵਾਸਤੇ ਮਿਲਿਆ। ਰੱਬ ਦੀ ਇਬਾਦਤ ਤੇਰੀ ਹੋਣੀ ਕਿਸ ਤਰ੍ਹਾਂ, ਕਿਹੜੇ ਤਰੀਕੇ ਦੇ ਨਾਲ ਤੂੰ ਰੱਬ ਨੂੰ ਧਿਆ ਸਕਦਾ ਹੈ। ਬਾਬਾ ਫਰੀਦ ਜੀ ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ, ਤਾਕਮ ਕੁੰਜੜੀਆਂ ਮਨੋ ਮਚੰਦੜੀਆਂ। हे ਸ਼ੇਖ ਫਰੀਦ, ਰੱਬ ਦੀ ਬੰਦਗੀ ਜੇ ਤੂੰ ਕਰਨੀ ਹੈ ਤੇ ਰੱਬ ਦੀ ਬੰਦਗੀ ਐਵੇਂ ਹੋਵੇਗੀ ਕਿ ਤੂੰ ਆਪਣੇ ਮਨ, ਤੇਰੇ ਮਨ ਨੂੰ ਜਿਹੜੀਆਂ ਚੀਜ਼ਾਂ ਮਚਾਉਣ ਵਾਲੀਆਂ ਉਹਨਾਂ ਨੂੰ ਰੋਕ ਲਾ। ਹੁਣ ਪਹਿਲੀ ਗੱਲ, ਸਾਨੂੰ ਇਹ ਹੀ ਨਹੀਂ ਪਤਾ ਲੱਗਣਾ ਵੀ ਮਨ ਨੂੰ ਮਚਾਉਣ ਵਾਲੀਆਂ ਚੀਜ਼ਾਂ ਕਿਹੜੀਆਂ, ਕਿਉਂਕਿ ਉਹ ਜਿਹੜੀਆਂ ਮਨ ਨੂੰ ਨਹੀਂ ਇੱਕ ਥਾਂ ਉੱਤੇ ਟਿਕਣ ਦਿੰਦੀਆਂ, ਉਹਨਾਂ ਨੂੰ ਆਪਾਂ ਆਪਣੇ ਮਿੱਤਰ ਬਣਾ ਕੇ ਬੈਠੇ ਆ। ਉਹ ਚੀਜ਼ਾਂ ਸਾਡੇ ਮਨ ਦੇ ਅੰਦਰ ਅਸੀਂ ਉਹਨਾਂ ਨੂੰ ਮਿੱਤਰ ਬਣਾਇਆ ਹੋਇਆ ਤੇ ਸਾਨੂੰ ਉਹ ਸਵਾਦਲੀਆਂ ਲੱਗ ਰਹੀਆਂ। ਸਾਨੂੰ ਇਦਾਂ ਲੱਗ ਰਹੀਆਂ ਵੀ ਜਿੱਦਾਂ ਇਹ ਸਾਡੀਆਂ ਇਹ ਹੀ ਮਿੱਤਰ ਨੇ, ਬਾਕੀ ਸਾਰਾ ਕੁਝ ਸਾਡਾ ਦੁਸ਼ਮਣ ਹੈ। ਜਿਹਨੂੰ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਣੋ ਡੀਠੀ। ਜੇ ਗੁਰੂ ਦੀ ਵਿਚਾਰ ਕੋਲ ਨਹੀਂ ਤੇ ਅੰਮ੍ਰਿਤ ਜਿਹੜਾ ਉਹ ਕੌੜਾ ਲੱਗ ਰਿਹਾ, ਵਿਖਿਆ ਦਾ ਅਰਥ ਹੁੰਦਾ ਜ਼ਹਿਰ, ਤੇ ਜ਼ਹਿਰ ਜਿਹੜਾ ਉਹ ਸਾਨੂੰ ਮਿੱਠਾ ਲੱਗ ਰਿਹਾ। ਜ਼ਹਿਰ ਕੀ ਹੈ? ਵਿਕਾਰ ਜਿਹੜੇ ਮਨੁੱਖ ਭੋਗਦੇ ਉਹਨਾਂ ਨੂੰ ਮਿੱਠੇ ਲੱਗ ਰਹੇ।
जे रब की बाणी की गल करिए, गुरु की विचार की गल करिए, तो वह सानू मिठी नहीं लग रही, वो सानू यार वर्गी लगती है, क्योंकि सच की गल है। बाबा फरीद जी कहते इन्हां विकारां नूं रोके किद्दां जाने। कोई मनुख कहे मेरे को धन पदार्थ बड़े ने, मैं दुनिया के अंदर बहुत बलवान हाँ, मेरे को शरीर की ताकत बड़ी है, मैं इन्हां विकारां नूं रोक लवां। सतगुरु जी कहते नहीं रोकिया जाना। गुरु साहब के बचन सुखमणी साहब जी के आप जी ने हुणे हुणे श्रवण किए हैं। लाख करोड़ी बंद ना परै, लखां करोड़ां दे नाल मन अगे रोक नहीं लगनी। सतगुरु जी कदों लगनी है? हर का नाम जपत निस्तरै, जदों हरि का नाम जपेगा उदों रोक लगेगी। सोरठ राग के अंदर गुरु साहब जी बख्शिश करते हैं, परमेश्वर दिता बना दुख रोग का डेरा पन्ना, आनंद करे नर नारी हर हर प्रभ कृपा धारी। आ तरीका है कि मन के अगे रोक लग सकती है, फिर इस मन के अंदर विकार नहीं आ सकता। जे मन के अंदर विकार होने तो रोक लग गई तो फिर की होगा? इस मन के अंदर, इस हिरदे अंदर ना दोनों चीज़ों विचों एक ही चीज़ रह सकती है, जां तो गुरु जी विचार टका लीए जां विकार रहन, दोनों विचों एक ही चीज़ रहनी है। असल दे विच बाणी कहती है जिहड़ा शरीर है ना, ये रब का घर है। ये शरीर जिहड़ा ये रब का घर है। हुण झांदे मार के देखोगे आप किन्ने कु जिहड़े इस शरीर नूं रब का घर मानते हैं, इस शरीर नूं किन्ने कु रब का घर मानते हैं। सतगुरु जी कहते हर मंदिर ये शरीर है, ये शरीर जिहड़ा ये हरि का घर है। तो आपां किन्ना कु मानते हैं कि इत्थे सचमुच रब बैठा होया? आपां नहीं मानते गल। जे मानते होइए जिहड़े नशे करते, जिहड़े विकार करते, माड़े कर्म करते, जे गल नूं मानते होइए फिर तो दुनिया स्वर्ग बन जानी है, समझ लग जानी इत्थे। क्योंकि इस घर के उत्ते कब्जा विकारां ने कीता होया। जिद्दन इस घर दे विच घर दा मालक आ गया, फिर उन्हें सतगुरु जी कहते नस वंजो किल बिखो। क्यों? करता घर आया। हुण इस घर का मालक इस घर दे विच आ गया, हुण तुहाडी कोई जगह नहीं रही। जिदन इस मालक इस घर का मालक इस घर दे विच आ गया, उदन विकारां वास्ते कोई जगह नहीं। बाबा फरीद जी कहते जे रब की बंदगी ना की, एक बेनती करा, बंदगी करने वाला ते बंदगी ना करने वाला, मौत हरेक मनुख नूं आउणी है। ये अटल सच्चाई है, मौत हरेक मनुख नूं आउणी है। जिहड़ा मनुखा जीवन लैके आए हैं ना, सतगुरां दे बचन पढ़दे हो, आया अंकारा चलन वाला हर राम नाम समाया। जो सदा होना उदों आप सारिया ने सदे के मुताबिक सदा ऐसा है जिहड़ा ठुकराया ही नहीं जा सकता। दुनिया अंदर साडे लखां बहाने चल जाते हैं, पर जो ये सदा होना इत्थे कोई बहाना नहीं चलना, क्योंकि इत्थे पुछया ही नहीं जाना भी भाई तू जान वास्ते तैयार है कि नहीं तैयार। ये तो दसना ही नहीं भी तेनों लै कित्थे चले आ ते कदों तेनों लैके जाना, ये दसना ही नहीं किसी ने। फिर बाणी कहती है चिंते बाज पाए, क्योंकि पता ही नहीं सानू कि मौत आनी कदों है। हुण इत्थे गल्लां विचारां कर रहे हैं, घड़ी का पता नहीं कि की भाड़ा वरत जाना। इदां ही हुंदा। माता जी की गल करिए, माता जगजीत कौर जी की, तो साडे नाल कुछ दिनों तो जो अमृत पान किया उन्होंने, सब तो वड्डी गल ये कि अमृत छक के गुरु वाले बन के ते कुछ ही दिनों के अकाल चलाना कर इदा इदा लग्या कि जिदा ये समय की उड़ीक सी, मैं कदों गुरु वाली बनना, तो उदों स्वासां की पूंजी खत्म हो जानी। असल दे विच जिहड़ा गुरमुख है ना, जदों उन्होंने रब जी की समझ आ जाती है, अकाल पुरख की समझ आ जाती है कि अकाल पुरख है की है, मैं उन्होंने पाउणा किवें, अपने हिरदे अंदर वसाउणा किवें है, उदन फिर बाणी सारा कुछ दसदी है। कोई कोलों बनाईयां गल्लां नहीं, सारा कुछ बाणी दे विचों सानूं प्राप्त हो जाता जे बाणी नूं ध्यान नाल पढ़ांगे। सतगुरां दी पावन बाणी सानूं समझाउंदी। भगत कबीर साहब वर्गियां दे बचन, कबीर
मोहि मरने का चाव है, मरो का हर के द्वार, मत हर पूछे कौन है, परा हमारे बार। जिन्नी देर तक गुरु की नेड़ता नहीं, उन्नी देर तक मौत के कोलों डर लगता, उन्नी देर तक मौत के कोलों डर लगता है। पर जिदन गुरु साडे हिरदे अंदर आके वस गया, उधर मौत तो डर नहीं लगता, उधर मौत तो डर लगता। तां गुरु नानक साहब महाराज जी पावन बाणी अंदर कहते, मरन न मंदा लोका आखिए, जे मर जान ऐसा कोई, सेवो साहिब समर्थ अपना, पंथ सुहेला आग्या होए। जदों गुरु साहब जी नाल नेड़ता बन गई, उधर नहीं, उधर मौत तो डर नहीं लगना। असल दे विच डर सानू मौत दा तां लगदा क्योंकि सानू जिउण दी जाच नहीं आई। जे जिउण दी जाच आ जाए फिर सारे डर गुरु साहब जी दी बाणी, पावन बाणी, गुरु साहब के बचन साडे हिरदे अंदरों सारे डर खत्म कर देंदी है। मौत का डर भी जीवन के अंदर नहीं रहिंदा। ते बाबा फरीद जी कहते आ जिहड़ा मनुखा जीवन का समा ही ना, ये अकाल पुरख नूं पाउण वास्ते मिलिया, उहनूं अपने हिरदे के अंदर वसा लै, नहीं तो की होवेगा। बोले शेख फरीद प्यारे अल्लाह लगे, ए तन होसी खाक निमाणी गोर करे। हे शेख फरीद, ए शरीर में रहिंदियां रहिंदियां कुछ कमाल है, नहीं तो कुछ समय की खेड है। जिदन रब जी ने जिहड़ी सता इस शरीर के अंदर रखी है, जिदन उन्हें कढ़ लई, उदन ये शरीर सारे ने कहना कि हुणे मिट्टी की ढेरी है। फिर अपने अपने धर्मां के मुताबिक कोई अगन भेंट कर दिंदा है, कोई मिट्टी च दबा दिंदा है, कोई पानी दे विच रोड़ दिंदा। बाबा फरीद जी कहते असल दे विच ना हरेक मनुख नूं इस गल का पता है कि एक ना एक दिन मौत आउणी आउणी। आ दुनिया विच आपां जिन्नी दौड़ भज देखदे आ ना, असल दे विच दौड़ भज ही इस गल की लगी हुई। मैं बेनती करदा हुन्ना, मनुखा जीवन विच रहिंदियां रहिंदियां तीन तरह के पैंडे तय करदा, तीन तरह के पैंडे मनुख तय करता। एक पैंडा जिहड़ा शरीर करके तय करता है, मनुख जिंदगी रहिंदियां पता नहीं किन्ने को पैंडे तय कर देंदा। एक पैंडा जिहड़ा है वो मन ने तय करना है, एक पैंडा मन ने तय करना है। सतगुरां कोलों पुछी, सतगुरु जी कहते वाट बड़ी लंबी है, जिहड़ा मन ने पैंडा तय करना है ना, ये वाट बड़ी लंबेरी है। पावन बाणी दा शब्द पढ़दे हो, जो दिन आवे सो दिन जाही, करना पूछ रहन थिर नाही, संग चलत है हम भी चलना, दूर गवन सिर ऊपर मरना। पैंडा बड़ा लंबा है, मौत सिर के उत्ते मरडा रही है। एक पैंडा जिहड़ा वो मन ने तय करना है, जिहड़ा तीसरा पैंडा वो साडा अपने आप ही चली जा रहा है। तीजा पैंडा यह है कि आपां सारे शमशान घाट वाले पासे नूं तुरे जा रहे हैं। जिवें जिवें उम्र घटती जा रही है, एक एक सवास करके उम्र घटती जा रही है, तो असीं सारे ही उधर नूं तुरे पए हैं, मौत वाले पासे नूं सारे ही तुरे जा रहे हैं। मनीए या ना मनीए, असीं नहीं सोचते अपने बारे भी सानूं मौत आ जानी है, कभी नहीं बंदा सोचता इदां। पर ये जिहड़े तीनों पैंडे ने, दो पैंडे जिहड़े ने वो मनुख कर रहा, शरीर करके भी कर रहा तो कोशिश करता मन करके भी मैं करा, ये मन नूं भी थोड़ा जिहा तोड़ लवां गुरु वाले पासे। पर जिहड़ा मौत वाला पैंडा वो अपने आप ही चलिया जा रहा। मनुख आखे मैं रोक लवां, पर सतगुरु जी कहते बहती जात कदे दृष्ट ना धारत, मिथ्या मोह बंदे नित पारच, ये नहीं रुकनी। इनू तू रोकने का यतन भी करेगा ना, सवासां की लड़ी नूं नदी नूं रोकेगा, ये नहीं रुकती। हो सकता तू तेरे को दुनिया की ताकत होवे, तू दरियावां नूं समुद्रां नूं ठल पा देवें, पर जिहड़ी सवासां की नदी चल रही है ना, तू इनू नहीं रोक सकता, ये अपने हिसाब नाल चली जाए। बाबा फरीद जी कहते मनुख हरेक नूं पता इस गल का, पर की मनुख ने यह गल समझ ली। दूजी गल का भी पता कि जो दुनिया तो चले गए कदे परत के दुनिया के विच फेर नहीं आउणा। दोनों गल्लां का मनुख नूं पता है, पर पता हुंदियां होइयां भी मनुख फिर समझण का यतन नहीं करता। बाबा फरीद जी कहते जे जाना
मर जाइए घूम ना आइए झूठी दुनिया लग ना आप वजाइए। इस संसार दे नाल लग के तेन दोनों गल्लां दा पता है, मौत आउणी है जिद्दन चले गए कदे परत के नहीं आउणा। जे छड्ड संसार दा खेड़ा छड्ड, संसार दा खेड़ा छड्डण दा ये अर्थ नहीं कि आपां धीआं पुत्तर माता पिता भैन भरा साख संबंधी छड्ड देईए। रहना संसार दे अंदर है, तेरी सुरत निरंकार दे नाल लगी होनी चाहिए। रहना संसार दे अंदर है, संसार नूं त्यागना नहीं। सतगुरां ने वो भी अवस्था कहा संसार नूं कोई त्याग देवे ते वो भी अवस्था सतगुरु जी कहंदे रब नूं पाउण दी नहीं। रब नूं पाउण दी अवस्था ते ये है जिद्दां गुरु साहिबां ने सानूं सारा कुछ करके दिखाया है, अपने घरां विच परिवारां विच गृहस्थ भोगदियां होइयां सारा कुछ सानूं करके दिखाया भी भाई आह रस्ता सब तो नज़दीकी है रब नूं पाउण दा। पर दुनिया का मोह जीवन के अंदरों त्याग की करना है, सच नूं जीवन का आधार बनाना है। जो सच जीवन का आधार बन गया समझ नहीं तेरे मन ने पैदा करना शुरू कर दिता, मन सच के मार्ग उत्ते चलना शुरू कर दिता है। बोलिए सच धर्म झूठ ना बोलिए, जो गुर दसे बाट मुरीदा जोलिए। जो गुरु रस्ता दस रहा ना वो रस्ते नूं अपना, वो रस्ते उत्ते चल के अपना जीवन सफला कर लै तो दुनिया दे विच आया होया सफला हो जाएगा। मनुख कई बार डरदा मेरे को इन्ने पाप पता हुंदा ना अपना अपना सारे मैं दुनिया अंदर की कीता है। पर सतगुरु जी कहंदे वो काल पुरख प्रभु ऐसा है जे तू मन करके कदे उहदी शरण में आ जाए ना वो तेरे करोड़ां कीते हुए पापां नूं बख्श देंदा। शैल लगन दे पार गोरी मन धीरिया, कंचन वन्ने पासे कलवत चीरिया। समा हो चुकिया, उदाहरण दी है बाबा फरीद जी ने कहते नौजवान नदी में छाल मार के ते नदी तो पार जाई जा रहे हैं। एक कमजोर जिहा जीव जिहड़ा है वो खड़ा हो कहना मैनूं तरना ही नहीं आउंदा, बाकी नदी में छाल मार नदी पार कर जाते। कोई 5 7 10 मिनट देखिया भी जिहड़ा हुंदा है वही छाल मार के नदी तो पार कर जाता ते मैं ही इन्ना कमजोर हाँ भी जे सारे नदी पार कर सकते मैं क्यों नहीं कर सकता। उन्हें भी नदी के छलांग लगा दी ते वो भी नदी के विचों पार हो गया। सतगुरु जी कहते इस तरह गुरमुखां दे वल देख देख के, गुरमुखां वल देख देख के भी उन्हें वो भी अपने जीवन के विच भगत धन्ने की जो आप गल करते हैं तो उन्होंने एवं ही है सारे भगतों वाल देखा भी ये शीबा ये नाई है यदा आह कर्म है ये आह कर्म करता है सारे रब नूं पा लिया तो मैं रब नूं क्यों नहीं पा सकता। तो उन्हें रब की बंदगी करनी शुरू कर दी। तो फिर सतगुरु ने पावन बाणी अंदर गया मिले प्रतख गुसाइयां धन्ना वड भागा। फिर इस तरीके ना रब के दर्शन वो दीदारे हो गए। शेख हयाती जग ना कोई चिर रहा, जिस आसन हम बैठे केते बैस गया। ये शेख फरीद जागे दुनिया इस तरह की है कि ये अज तक कोई थिर नहीं रह सकिया। जो उपजे सो बिनस है परो आज के काल नानक, हर गुण गाए ले छाड़ सगल जंजाल। इतने कोई थिर नहीं रह सकिया, अपना अपना समा बतीत करके सारे दे सारे तुरे। जिवें दुनिया की उदाहरण दी, कुदरत की उदाहरण दे के भी कुदरत जिहड़ी है ना सतगुरां ने बड़े थमां ते बख्शिशां कीतियां कि तू कुदरत दे कोलों सिख, अपने जीवन के निजम कुदरत के कोलों सिख। आ कुदरत के मुताबिक वेख लो अपने आप कभी बरसात आदि कदे गर्मी का मौसम कदे सियाल का मौसम कदे पतझड़ का, अपने आप ही मौसम कदे कोई रोक नहीं ला सकता, कदे कोई रोक नहीं ला सकता। दिन ते रात ने कोई कहे कि मेरी रात बड़ी सुखां की बतीत हो रही तो मैं रात लंबी कर दिया, नहीं हो सकती। रात मैं बड़ा दुखी होकर बतीत कर रहा रात छेती खत्म हो जाए, नहीं होगी। कुदरत का निज़म है उन्हें अपने समय के मुताबिक चलना। उदाहरण वजों बख्शी की कहते सारा कुछ अपने समय के मुताबिक चल रहा, तू भी इस तरह अपने जीवन के परिपक्व होकर उस अकाल पुरख की बंदगी कर, नहीं तो की होगा। चले चलन हार
ਵਿਚਾਰਾਂ ਲੈ ਮਨੋ ਗੰਢਿੰਦਿਆਂ ਛੇਵਾਂ ਤੁੜਿੰਦਿਆਂ ਇੱਕ ਖਿਨੋ। ਜਿਹੜੇ ਸਰੀਰ ਨੂੰ ਤੂੰ ਸਾਰੀ ਜ਼ਿੰਦਗੀ ਲਾਤੀ ਪਾਲਣ ਵਾਸਤੇ, ਮਾਂ ਦੇ ਗਰਭ ਦੇ ਵਿੱਚ 6 ਮਹੀਨਿਆਂ ਦੇ ਵਿੱਚ ਸਰੀਰ ਬਣਿਆ ਤੇ ਸਮੇਂ ਦੇ ਮੁਤਾਬਕ ਦੁਨੀਆ ਦੇ ਅੰਦਰ ਆਇਆ ਤੇ ਸਾਰਾ ਜੀਵਨ ਦਾ ਸਮਾਂ ਹੀ ਸਰੀਰ ਨੂੰ ਪਾਲਣ ਦੇ ਵਿੱਚ ਲਾ ਦਿੱਤਾ। ਤੇ ਬਾਬਾ ਫਰੀਦ ਜੀ ਕਹਿੰਦੇ ਤੁੜਿੰਦਿਆਂ ਇੱਕ ਖਿਨੋ, ਇੱਕ ਖਿਨ ਕਹਿੰਦੇ ਅੱਖ ਝਮਕਣ ਜਿੰਨਾ ਸਮਾਂ, ਇੰਨਾ ਸਮਾਂ ਲੱਗਣਾ, ਇੰਨੀ ਕੁ ਖੇਡ ਹੈ ਬਸ। ਜਿੱਦਣ ਸਵਾਸਾਂ ਦੀ ਲੜੀ ਖਤਮ ਹੋਣੀ ਹੈ, ਇੰਨੀ ਕੁ ਖੇਡ ਹੈ, ਇੰਨਾ ਕੁ ਸਮਾਂ ਲੱਗਣਾ ਹੈ ਤੇ ਸਾਰਾ ਕੁਝ ਖਤਮ ਹੈ। ਫਿਰ ਕੀ ਕਰੀਏ ਦੁਨੀਆ ਦੇ ਅੰਦਰ? ਸਤਿਗੁਰੂ ਜੀ ਕਹਿੰਦੇ ਰੱਬ ਦੀ ਬੰਦਗੀ ਕਰ ਲੈ, ਤੈਨੂੰ ਸਮਝ ਲੱਗ ਜੇਗੀ ਦੁਨੀਆ ਅੰਦਰ ਕਰਨ ਕੀ ਮੈਂ ਆਇਆ। ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ ਗੰਢਿੰਦਿਆਂ ਛੇਵਾਂ ਤੁੜਿੰਦਿਆਂ ਇੱਕ ਖਿਨੋ। ਜਿਵੇਂ ਪੁੱਛਿਆ ਅਸ਼ਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਕਹਿੰਦੇ ਆਪਣਾ ਆਪਣਾ ਸਮਾਂ ਬਤੀਤ ਕਰਕੇ ਸਾਰੇ ਚਲੇ ਜਾਂਦੇ ਨੇ। ਜਿਹੜੇ ਸਰੀਰ ਨੇ ਉਹ ਦੁਨੀਆ ਦੇ ਅੰਦਰ ਰਹਿ ਜਾਂਦੇ ਨੇ, ਪਰ ਜਿਹੜੀ ਜਿੰਦ ਹੈ ਉਹਨੂੰ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਅੱਗੇ ਦੁੱਖ ਤੇ ਸੁੱਖ ਸਹਿਣੇ ਪੈਂਦੇ ਨੇ। ਜੋ ਦੁਨੀਆ ਦੇ ਅੰਦਰ ਕਮਾਇਆ ਉਸੇ ਤਰ੍ਹਾਂ ਦਾ ਅਗਲਾ ਸਰੀਰ ਜਿਹੜਾ ਹੈ ਉਸ ਰੂਹ ਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਚੰਗੇ ਕਰਮ ਕਰਕੇ ਦੁਨੀਆ ਦੇ ਅੰਦਰ ਰੱਬ ਦੀ ਇਬਾਦਤ ਕਰਕੇ ਉਹਦੀ ਭਗਤੀ ਕਰਕੇ ਆਪਣਾ ਜੀਵਨ ਬਤੀਤ ਕਰੀਏ। ਮੌਤ ਤਾਂ ਫਿਰ ਵੀ ਆਵੇਗੀ, ਪਰ ਤੇਰਾ ਦੁਨੀਆ ਦੇ ਵਿੱਚ ਵਾਰ-ਵਾਰ ਜੰਮਣਾ ਤੇ ਵਾਰ-ਵਾਰ ਮਰ ਕੇ ਜਾਣਾ